ਸਤਿ ਸ੍ਰੀ ਅਕਾਲ। ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਕਿ ਐਂਟੀਬਾਇਓਟਿਕ 1939 ਵਿੱਚ ਪੈਨਿਸਿਲਿਨ ਦੀ ਰਿਸਰਚ ਹੋਈ। ਰਿਸਰਚ ਕਰਨ ਵਾਲੇ ਵਿਗਿਆਨ ਨੇ ਵੰਡਰ ਖਾਧਾ। ਉਹਨੂੰ ਹੈਰਾਨੀ ਆਈ ਕਿ ਉਹਨਾਂ ਨੇ ਇਹ ਟੈਸਟ ਮੁਰਗੀ ਖਾਨੇ ਦੇ ਵਿੱਚ ਚੂਚਿਆਂ ਦੇ ਉੱਤੇ ਕੀਤਾ, ਜਿਨ੍ਹਾਂ ਨੂੰ ਕੁਝ ਬਿਮਾਰੀਆਂ ਸਨ ਜਾਂ ਜਿਨ੍ਹਾਂ ਦੀ ਕਮਜ਼ੋਰੀ ਸੀ। ਉਹਨਾਂ ਨੇ ਉਸ ਦੇ ਉੱਤੇ ਉਸ ਟਾਈਮ ਪੈਨਿਸਿਲਿਨ ਜ਼ਿਆਦਾ ਵੱਡੇ ਰੂਪ ਦੇ ਵਿੱਚ ਨਹੀਂ ਆਈ। ਉਹਨੇ ਸਿਰਫ ਟੈਸਟ ਕਰਨ ਵਾਸਤੇ ਉਸ ਦਾ ਪ੍ਰਯੋਗ ਕੀਤਾ। ਉਹ ਕਿੱਥੋਂ ਆਈ? ਉਹਨਾਂ ਨੇ ਇਸ ਨੂੰ ਫੰਗਸ ਤੋਂ ਕ੍ਰੀਏਟ ਕੀਤਾ। ਫੰਗਸ ਤੁਸੀਂ ਜਾਣਦੇ ਹੋ ਕਿ ਇਹ ਹਰੇ ਰੰਗ ਦੇ, ਕਈ ਬਰਸਾਤ ਦੇ ਵਿੱਚ ਧੱਬੇ ਪੈ ਜਾਂਦੇ ਹਨ, ਉਹਨਾਂ ਨੂੰ ਫੰਗਸ ਕਿਹਾ ਜਾਂਦਾ। ਤਾਂ ਉਸ ਤੋਂ ਮਗਰੋਂ ਉਹਨਾਂ ਨੇ ਦੇਖਿਆ ਕਿ ਚੂਚਿਆਂ ਦੀ ਹਾਲਤ ਕੁਝ ਦਿਨਾਂ ਵਿੱਚ ਹੀ ਬੜੀ ਪ੍ਰਮੋਟ ਹੋ ਗਈ। ਆਖਰ ਉਸ ਨੂੰ ਮਾਨਵ ਜੀਵਨ ਦੇ ਉੱਤੇ ਪ੍ਰਯੋਗ ਕਰਨਾ ਸ਼ੁਰੂ ਕੀਤਾ। 1940 ਤੋਂ ਲੈ ਕਰਕੇ ਔਰ ਤਕਰੀਬਨ ਪੈਨਿਸਿਲਿਨ ਦਾ ਪ੍ਰਯੋਗ ਅੱਜ ਵੀ ਚੱਲ ਰਿਹਾ ਹੈ, ਪਰ ਬਹੁਤ ਘਟ ਗਿਆ, ਕਿਉਂਕਿ ਇਸ ਨੇ ਰਿਐਕਸ਼ਨ ਸ਼ੁਰੂ ਕਰ ਦਿੱਤੀ। ਔਰ ਪੈਨਿਸਿਲਿਨ ਦਾ ਰਿਐਕਸ਼ਨ ਬਹੁਤ ਫੇਟਲ ਹੈ, ਬਹੁਤ ਖਤਰਨਾਕ ਹੈ। ਜੇ ਇਹਨੂੰ ਇਮੀਡੀਏਟ ਨਾ ਕੰਟਰੋਲ ਕੀਤਾ ਜਾਏ, ਇਸ ਦੇ ਅੰਦਰ ਇਨਫਲੇਮੇਟਰੀ ਚੇਂਜਸ ਬਾਡੀ ਦੇ ਅੰਦਰ ਆਉਣੀਆਂ ਸ਼ੁਰੂ ਹੋ ਜਾਂਦੀਆਂ, ਔਰ ਪੂਰੀ ਬਾਡੀ ਦੇ ਅੰਦਰ ਆਰਟੀਕੈਰੀਆ ਰਸ਼, ਖਾਰਸ਼ ਹੋਣੀ, ਔਰ ਵਿਦਿਨ 5 ਮਿੰਟਸ ਪੈਨਿਸਿਲਿਨ ਅੰਦਰ ਗਈ ਔਰ ਰਿਐਕਸ਼ਨ ਹੋਇਆ। ਪਰ ਇੱਕ ਚੀਜ਼ ਹੈ, ਇਹ ਪੈਨਿਸਿਲਿਨ ਬਹੁਤ ਸਸਤੀ ਸੀ, ਹਾਰਡਲੀ 1 ਰੁਪਏ ਤੋਂ ਵੀ ਘੱਟ ਇੰਜੈਕਸ਼ਨ ਦੀ ਡੋਜ਼ ਸੀ, ਔਰ ਇਫੈਕਟ ਬਹੁਤ ਵੱਡਾ। ਉਸ ਟਾਈਮ ਅਸੀਂ ਇਹ ਸਮਝਦੇ ਸੀ ਕਿ ਇਹ ਦਵਾਈਆਂ ਸਲਫਾਮੈਜ਼ਾਥੀਨ, ਸਲਫਾਗੋਨਾਡਿਨ ਔਰ ਇਹ ਮੈਡੀਸਨ ਬਹੁਤ ਵੱਡਾ ਕੰਮ ਕਰਦੀਆਂ ਸਨ। ਪਰ ਅੱਜ ਸਲਫਾ ਦਾ ਨਾਂ ਹੀ ਨਹੀਂ ਰਿਹਾ, ਸਲਫਾਮੈਜ਼ਾਥੀਨ ਦਾ ਨਾਂ ਨਹੀਂ ਰਿਹਾ, ਔਰ ਲੋਕਾਂ ਨੂੰ ਰਿਐਕਟ ਵੀ ਕਰਨਾ ਸ਼ੁਰੂ ਕਰ ਦਿੱਤਾ ਸਲਫਾਮੈਬ। ਅੱਜ ਕਈ ਮਰੀਜ਼ ਮੇਰੇ ਪਾਸ ਆਏ, ਉਹ ਕਹਿੰਦੇ ਜੀ ਸਾਨੂੰ ਡਾਕਟਰ ਨੇ ਕਿਹਾ ਸਲਫਾ ਨਾ ਯੂਜ਼ ਕਰਨਾ, ਕਿਉਂਕਿ ਸਲਫਾ ਨੂੰ ਮਲੇਰੀਆ ਦੇ ਵਿੱਚ ਵੀ ਯੂਜ਼ ਕੀਤਾ ਗਿਆ ਸੀ। ਪਰ ਅੱਜ ਉਸਨੇ ਵੀ ਰਿਐਕਸ਼ਨ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਰਿਐਕਸ਼ਨਸ ਇਮੀਡੀਏਟ ਨਹੀਂ ਹੋਏ, ਪਰ ਉਹਨਾਂ ਦੇ ਰਿਐਕਸ਼ਨਸ ਲੇਟ ਹੋਣੇ ਸ਼ੁਰੂ ਹੋਏ, ਔਰ ਜਿਹੜੇ ਲੇਟ ਹੋਏ ਉਹ ਪੂਰੀ ਬਾਡੀ ਦੇ ਉੱਤੇ ਉਹਨਾਂ ਦੇ ਧੱਬੇ ਪੈਣੇ ਸ਼ੁਰੂ ਹੋ ਗਏ, ਸਕਾਰ ਪੈਣੇ ਗੋਲ ਸ਼ਕਲ ਦੇ। ਉਹਦਾ ਰਿਐਕਸ਼ਨ ਆਇਆ। ਰਿਐਕਸ਼ਨ ਨੂੰ ਤਾਂ ਕੰਟਰੋਲ ਕੀਤਾ ਗਿਆ, ਕਿਉਂਕਿ ਰਿਐਕਸ਼ਨ ਨੂੰ ਕੰਟਰੋਲ ਵਾਲੀ ਜਾਂ ਮੈਡੀਸਨ ਸਾਥ ਹੀ ਰੱਖੀਆਂ ਜਾਂਦੀਆਂ ਹਨ। ਇਸ ਵਾਸਤੇ ਇਹ ਚੀਜ਼ ਹੈ ਕਿ ਦੂਸਰੀ ਪ੍ਰੋਬਲਮ ਕੀ ਆਈ। ਜਿਸ ਤਰ੍ਹਾਂ ਟਿਊਬਰਕਲੋਸਿਸ ਆਈ, ਪਹਿਲਾਂ ਟਿਊਬਰਕਲੋਸਿਸ ਬਹੁਤ ਘੱਟ ਸੀ। ਟਿਊਬਰਕਲੋਸਿਸ ਮਾਨਾ ਟੀਬੀ, ਇਹਦਾ ਇੱਕ ਜਰਾਸੀਮ ਟਿਊਬਰਕਲ ਬੈਸਿਲਸ, ਇਹਨੇ ਲੰਗਸ ਤੇ ਅਟੈਕ, ਔਰ ਜਦੋਂ ਦਾ ਡਾਇਗਨੋਸਿਸ ਹੋਇਆ ਤਾਂ ਇਹਨੂੰ ਥੁੱਕ ਤੋਂ ਟੈਸਟ ਕੀਤਾ ਗਿਆ, ਖਾਂਸੀ ਤੋਂ ਟੈਸਟ ਕੀਤਾ ਗਿਆ, ਤਾਂ ਉਸ ਨੂੰ ਟ੍ਰੀਟਮੈਂਟ ਦੇ ਕਰਕੇ ਉਸ ਟਾਈਮ 90 ਇੰਜੈਕਸ਼ਨ ਲੱਗਦੇ ਸਨ, ਔਰ ਪਾਸ ਦੇ ਨਾਮ ਦੀ ਮੈਡੀਸਨ ਨਾਲ ਦਿੱਤੀ ਜਾਂਦੀ ਸੀ, ਕੁਝ ਗੋਲੀਆਂ ਨਾਲ ਦਿੱਤੀਆਂ ਜਾਂਦੀਆਂ ਸੀ, ਔਰ 3 ਮਹੀਨੇ ਦੇ ਵਿੱਚ 6 ਮਹੀਨੇ ਦੇ ਵਿੱਚ ਉਸ ਦਾ ਟ੍ਰੀਟਮੈਂਟ ਪੂਰਾ ਹੋ ਜਾਂਦਾ ਸੀ। ਪਰ ਅੱਜ ਤਾਂ ਬਹੁਤ ਮੈਡੀਸਨ ਆ ਚੁੱਕੀਆਂ ਹਨ। ਅੱਜ ਤਾਂ ਗਵਰਨਮੈਂਟ ਨੇ ਇਸ ਟ੍ਰੀਟਮੈਂਟ ਨੂੰ ਫ੍ਰੀ ਵੀ ਕਰ ਦਿੱਤਾ ਹੈ ਕਿ ਟੀਬੀ ਦੇ ਮਰੀਜ਼ ਗਵਰਨਮੈਂਟ ਹਸਪੀਟਲ ਦੇ ਵਿੱਚ ਜਾ ਕਰਕੇ ਮੈਡੀਸਨ ਲੈ ਸਕਦੇ। ਪਰ ਗੱਲ ਇਹ ਹੈ ਕਿ ਮਰੀਜ਼ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਉਹ ਕੁਝ ਇੰਜੈਕਸ਼ਨ ਲੈ ਕਰਕੇ ਜਾਂ ਕੁਝ ਮੈਡੀਸਨ ਲੈ ਕਰਕੇ ਉਸ ਦਾ ਟ੍ਰੀਟਮੈਂਟ 2 ਮਹੀਨੇ ਵਿੱਚ ਬੰਦ ਕਰ ਦਿੰਦਾ, ਕਿਉਂਕਿ ਉਹਨੂੰ ਆਰਾਮ ਮਿਲ ਜਾਂਦਾ ਹੈ। ਪਰ ਉਹ ਅਤੀ ਖਤਰਨਾਕ। ਜਿਹੜੇ ਮਰੀਜ਼ ਦੀ ਮੈਡੀਸਨ ਨੂੰ ਪੂਰਾ ਕੰਪਲੀਟ ਨਾ ਕੀਤਾ ਜਾਵੇ, ਉਹਨੂੰ ਅਧੂਰਾ ਛੱਡਿਆ ਜਾਵੇ, ਤਾਂ ਉਸ ਦੇ ਅੰਦਰ ਦੇ ਬੈਕਟੀਰੀਆ ਜਿਹੜੇ ਨੇ
ਜਿਹੜੇ ਉਸ ਦੇ ਅੰਦਰ ਕੀਟਾਣੂ ਹੈ ਉਹ ਉਸ ਮੈਡੀਸਨ ਨੂੰ ਹੀ ਲੈ ਕਰਕੇ ਉਸ ਦੇ ਪ੍ਰਤੀ ਉਹ ਪਾਵਰਫੁਲ ਹੋ ਜਾਂਦੇ ਹਨ। ਉਹਨਾਂ ਦੀ ਇਮਿਊਨਿਟੀ ਵੱਧ ਜਾਂਦੀ ਹੈ, ਸਾਡੀ ਇਮਿਊਨਿਟੀ ਘਟ ਜਾਂਦੀ ਹੈ। ਇਸ ਤਰੀਕੇ ਨਾਲ ਹੀ ਕੀ ਹੋਇਆ ਕਿ ਹੁਣ ਬਹੁਤ ਸਾਰੀਆਂ ਮੈਡੀਸਨ ਬੰਦੇ ਦੇ ਉੱਤੇ ਇਫੈਕਟ ਨਹੀਂ ਕਰ ਰਹੀਆਂ। ਇਸ ਵਾਸਤੇ ਅੱਜ ਸਾਨੂੰ ਕਲਚਰ ਕਰਨੀ ਪੈਂਦੀ ਹੈ। ਕਲਚਰ ਦਾ ਅਰਥ ਇਹ ਹੈ ਕਿ ਜੋ ਬੈਕਟੀਰੀਆ ਜਿਸ ਮੈਡੀਸਨ ਦੇ ਨਾਲ ਸੈਂਸਿਟਿਵ ਹਨ, ਮਰਦੇ ਹਨ, ਤਾਂ ਉਹੀ ਮੈਡੀਸਨ ਸਾਨੂੰ ਦੇਣੀ ਪੈਂਦੀ ਹੈ। ਇਸ ਵਾਸਤੇ ਇਹ ਚੀਜ਼ ਹੈ, ਇਹਦਾ ਧਿਆਨ ਰੱਖਿਆ ਜਾਵੇ ਕਿ ਜਦੋਂ ਵੀ ਕੋਈ ਡਾਕਟਰ ਦੇ ਪਾਸ ਜਾਓ ਉਸ ਦੇ ਟ੍ਰੀਟਮੈਂਟ ਨੂੰ ਪੂਰਾ ਕਰੋ, ਜਾਂ ਤਾਂ ਉਸ ਐਂਟੀਬਾਇਓਟਿਕ ਨੂੰ ਸ਼ੁਰੂ ਨਾ ਕਰੋ। ਜੇ ਕਰਨਾ ਵੀ ਹੋਵੇ ਤਾਂ ਉਸ ਤੋਂ ਡਿਊਰੇਸ਼ਨ ਪੁੱਛੋ, 7 ਡੇਜ਼, 5 ਡੇਜ਼, ਕਿੰਨੇ ਦਿਨ ਲੈਣਾ, ਤਾਂ ਕਿ ਅੰਦਰ ਦੇ ਕੀਟਾਣੂ ਟੋਟਲ ਖਤਮ ਹੋ ਜਾਣ। ਪਰ ਅੱਜ ਇਹ ਦੇਖਿਆ ਗਿਆ ਹੈ ਫਿਰ ਵੀ 1-2 ਕੀਟਾਣੂ ਜਦੋਂ ਰਹਿ ਜਾਂਦੇ ਹਨ ਉਹ ਆਪਣੀ ਜਨਰੇਸ਼ਨ ਨੂੰ ਪੈਦਾ ਕਰਨਾ ਸ਼ੁਰੂ ਕਰ ਦਿੰਦੇ ਹਨ। 1 ਦੀ ਬਜਾਏ 2, 2 ਦੀ ਬਜਾਏ 4, 4 ਦੀ ਬਜਾਏ ਉਹ ਇੰਨੇ ਵੱਧ ਜਾਂਦੇ ਹਨ ਕਿ ਫਿਰ ਉਸ ਦੇ ਉੱਤੇ ਉਹ ਮੈਡੀਸਨ ਕੰਮ ਹੀ ਨਹੀਂ ਕਰਦੀ, ਮੈਡੀਸਨ ਨੂੰ ਚੇਂਜ ਕਰਨਾ ਪੈਂਦਾ। ਇਸ ਵਾਸਤੇ ਜੋ ਮੈਡੀਸਨ ਸੈਂਸਿਟਿਵ ਹੈ ਉਹੀ ਮੈਡੀਸਨ ਕਲਚਰ ਦੇ ਵਿੱਚ ਲੈ ਕਰਕੇ ਦਿੱਤੀ ਜਾਂਦੀ ਹੈ ਤਾਂ ਕਿ ਬਿਮਾਰੀ ਠੀਕ ਹੋ ਜਾਏ। ਪਰ ਇੱਕ ਚੀਜ਼ ਜ਼ਰੂਰ ਹੈ ਕਿ ਐਲੋਪੈਥੀ ਮੈਡੀਸਨ ਦੇ ਵਿੱਚ, ਮੈਂ ਐਲੋਪੈਥੀ ਦਾ ਹੀ ਮੈਡੀਸਨ ਦੇ ਵਿੱਚ ਹੀ ਆਪਣਾ ਐਕਸਪਰਟ ਰਿਹਾ ਹਾਂ। ਐਲੋਪੈਥੀ ਮੈਡੀਸਨ ਦੇ ਸਾਈਡ ਇਫੈਕਟਸ ਬਹੁਤ ਜ਼ਿਆਦਾ, ਟੈਟਰਾਸਾਈਕਲਿਨ ਦੇ ਵੀ ਹਨ। ਔਰ ਕਿਉਂਕਿ ਸਾਡੇ ਜਿਹੜੇ ਫੇਵਰ ਦੇ ਸੈੱਲ ਹਨ, ਜਿਹੜੀ ਸਾਡੀ ਇਮਿਊਨਿਟੀ ਨੂੰ ਵੀ ਸਟਰੋਂਗ ਕਰਦੇ ਹਨ, ਉਹ ਸੈੱਲ ਵੀ ਉਸ ਦੇ ਵਿੱਚ ਡੈਡ ਹੋ ਜਾਂਦੇ। ਇਸ ਤਰੀਕੇ ਨਾਲ ਇਹ ਚੀਜ਼ ਹੈ ਕਿ ਜਿੱਥੇ ਤੱਕ ਵੀ ਹੋ ਸਕੇ ਨੈਚੁਰਲ ਇਮਿਊਨਿਟੀ ਨੂੰ ਵਧਾ ਕਰਕੇ, ਅਗਰ ਛੋਟਾ ਮੋਟਾ ਬੁਖਾਰ ਵੀ ਆਉਂਦਾ ਹੈ ਤਾਂ ਸਿਰਫ ਸਿੰਪਲ ਪੈਰਾਸੀਟਾਮੋਲ ਦੀ ਗੋਲੀ ਲੈ ਕਰਕੇ ਕੁਝ ਦਿਨਾਂ ਦੇ ਵਿੱਚ ਅਸੀਂ ਇੰਤਜ਼ਾਰ ਕਰੀਏ। ਪਰ ਅਸੀਂ ਕੀ ਕਰਦੇ ਹਾਂ, ਸਭ ਤੋਂ ਵੱਡਾ ਨੁਕਸਾਨ ਕੀ ਹੁੰਦਾ ਹੈ? ਮੇਰੇ ਭਰਾ ਇਸ ਗੱਲ ਨੂੰ ਜ਼ਰੂਰ ਸਮਝਣਗੇ ਕਿ ਜੇ ਅਸੀਂ ਪਹਿਲਾਂ ਹੀ ਡਾਕਟਰ ਨੂੰ ਕਹਿੰਦੇ ਮੈਂ ਤਾਂ ਇੱਕੋ ਦਿਨ ਦੇ ਵਿੱਚ ਠੀਕ ਕਰਨਾ, ਤਾਂ ਉਸ ਨੂੰ ਉਹ ਪਾਵਰਫੁਲ ਐਂਟੀਬਾਇਓਟਿਕ ਦੇ ਦਿੰਦਾ, ਕੈਪਸੂਲ ਫਾਰਮ ਦੇ ਵਿੱਚ ਜਾਂ ਟੈਬਲੇਟ ਫਾਰਮ 'ਚ ਜਾਂ ਫਿਰ ਇੰਜੈਕਸ਼ਨ ਦੇ ਫਾਰਮ ਵਿੱਚ। ਉਹ ਵਿਦਿਨ ਡੇ ਉਸ ਦੀ ਟੈਂਪਰੇਚਰ ਡਾਊਨ ਔਰ ਉਹ ਠੀਕ ਹੋਣਾ ਸ਼ੁਰੂ ਹੋ। ਪਰ ਇੱਕ ਚੀਜ਼ ਹੈ ਕਿ ਉਹ ਕੀਟਾਣੂ ਟੋਟਲ ਨਹੀਂ ਗਏ। ਇਸ ਵਾਸਤੇ ਇਹ ਚੀਜ਼ ਕਹੀ ਜਾਂਦੀ ਹੈ ਕਿ ਜਿੱਥੇ ਤੱਕ ਵੀ ਹੋ ਸਕੇ ਛੋਟੀ ਮੈਡੀਸਨ ਨੂੰ ਸ਼ੁਰੂ ਕਰੋ। ਡਾਕਟਰ ਵੀ ਇਸ ਗੱਲ ਨੂੰ ਸਮਝਦੇ ਹਨ ਕਿ ਅਸੀਂ ਲੋ ਸਟੇਜ ਤੋਂ ਮੈਡੀਸਨ ਸ਼ੁਰੂ ਕਰੀਏ ਤਾਂ ਕਿ ਹੌਲੀ ਹੌਲੀ ਉਹ ਉਹਦੇ ਨਾਲ ਠੀਕ ਹੋ ਜਾਵੇ। ਕੁਛ ਉਸ ਦੀ ਅੰਦਰ ਦੀ ਪਾਵਰ ਕੰਮ ਕਰੇ ਔਰ ਕੁਛ ਸਾਡੀ ਮੈਡੀਸਨ ਕੰਮ। ਔਰ ਦੂਸਰੀ ਚੀਜ਼ ਇਹ ਹੈ, ਜਿੰਨੀ ਲੋ ਮੈਡੀਸਨ ਦੇ ਨਾਲ ਤੁਸੀਂ ਠੀਕ ਹੋਵੋਗੇ, ਤੁਹਾਡੀ ਬਾਡੀ ਦੇ ਜਿਹੜੇ ਤੁਹਾਡੇ ਫੇਵਰ ਦੇ ਸੈੱਲ ਹਨ, ਉਹ ਸੈੱਲਾਂ ਦੀ ਡੈਥ ਨਹੀਂ ਹੋਏਗੀ, ਉਹ ਸੈੱਲ ਕਮਜ਼ੋਰ ਨਹੀਂ ਹੋਣਗੇ। ਇਸ ਵਾਸਤੇ ਇਹ ਚੀਜ਼ ਹੈ, ਸਰੀਰ ਨੂੰ ਨਿਰੋਗੀ ਰੱਖਣ ਵਾਸਤੇ ਇਮਿਊਨ ਸਿਸਟਮ ਨੂੰ ਵਧਾਉਣਾ ਉਹ ਸਾਡੇ ਆਪਣੇ ਹੱਥ ਵਿੱਚ ਹੈ। ਇਸ ਵਾਸਤੇ ਹੀ ਕਿਹਾ ਗਿਆ ਹੈ ਕਿ ਕਰ ਲਓ ਸਿਹਤ ਆਪਣੀ ਮੁੱਠੀ ਵਿੱਚ। ਮਤਲਬ ਕਹਿਣ ਦਾ ਇਹ ਹੈ ਕਿ ਛੋਟੀ ਮੋਟੀ ਤਕਲੀਫ ਨੂੰ ਟੋਲਰੇਟ ਕਰਨਾ। ਜੇ ਬੁਖਾਰ ਆਇਆ ਹੈ, ਇਹ ਤੁਹਾਡੇ ਵਾਸਤੇ ਇੱਕ ਮੈਸੇਜ ਲੈ ਕੇ ਆਇਆ ਕਿ ਤੁਹਾਡੀ ਬਾਡੀ ਵਿੱਚ ਕੁਝ ਪਰਿਵਰਤਨ ਕਰਨ ਦੀ ਜ਼ਰੂਰਤ ਹੈ। ਤੁਸੀਂ ਉਸ ਨੂੰ ਪਰਿਵਰਤਨ ਕਰੋ, ਉਸ ਦੇ ਅੰਦਰ ਕੁਝ ਖਾਣ ਪੀਣ ਦੇ ਵਿੱਚ ਪਰਿਵਰਤਨ ਕਰੋ, ਉਹ ਚੀਜ਼ਾਂ ਹੌਲੀ ਹੌਲੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ। ਮੈਂ ਦੇਖਿਆ ਹੈ ਕਿ ਛੋਟਾ ਮੋਟਾ ਜ਼ੁਕਾਮ ਆਇਆ, ਛੋਟੀ ਖਾਂਸੀ ਆਈ, ਸਰਦੀ ਦਾ ਰਿਐਕਸ਼ਨ ਹੋ ਗਿਆ, ਸਰਦੀ ਦਾ ਇਫੈਕਟ ਆਇਆ, ਤਾਂ ਇਸ ਵਾਸਤੇ ਇਹ ਚੀਜ਼ਾਂ ਨੂੰ ਅਸੀਂ ਇੱਕ ਨੈਚੁਰਲ ਰੂਪ ਦੇ ਵਿੱਚ ਰੱਖੀਏ ਤਾਂ ਠੀਕ ਹੈ। ਦੂਸਰੀ ਗੱਲ ਮੈਂ ਇਹ ਕਹਿ ਰਿਹਾ ਸੀਗਾ ਕਿ ਤਣਾਅ ਨੂੰ ਘੱਟ ਕਰਨ ਵਾਸਤੇ ਹਰ ਡਾਕਟਰ ਕਹਿ ਰਿਹਾ ਹੈ ਕਿ ਤਣਾਅ ਨੂੰ ਘੱਟ, ਪਰ ਤਣਾਅ ਸਾਡੇ ਵੱਸ ਹੈ
ਜਦੋਂ ਤੱਕ ਸਾਨੂੰ ਤਣਾਅ ਨੂੰ ਘੱਟ ਕਰਨ ਦੀ ਵਿਧੀ ਨਹੀਂ ਆਉਂਦੀ, ਉਦੋਂ ਤੱਕ ਅਸੀਂ ਤਣਾਅ ਘੱਟ ਨਹੀਂ ਕਰ ਸਕਦੇ। ਉਹ ਵਿਧੀ ਕੀ ਹੈ? ਉਹ ਮੈਂ ਪਹਿਲਾਂ ਦੱਸ ਚੁੱਕਿਆ। ਕੁਝ ਗੱਲਾਂ ਤੁਹਾਡੇ ਸਮਝ ਵਿੱਚ ਆਈਆਂ ਹੋਣਗੀਆਂ, ਕੁਝ ਅੱਜ ਦੱਸਾਂਗਾ। ਕਿ ਪਹਿਲੀ ਤਾਂ ਗੱਲ ਇਹ ਹੈ ਕਿ ਬੰਦਾ ਵਿਸ਼ਵਾਸ ਨਹੀਂ ਕਰਦਾ ਸੀ, ਉਹ ਆਪਣੇ ਆਪ ਨੂੰ ਬਾਡੀ ਹੀ ਸਮਝਦਾ ਸੀ। ਪਰ ਅਕਸਰ ਕਰਕੇ ਇਹ ਸਰੀਰ ਨਾਸ਼ਵਾਨ ਹੈ। ਹਰ 2 ਸਾਲ 4 ਸਾਲ ਦੇ ਅੰਦਰ ਪੂਰੇ ਸਰੀਰ ਦੇ 98% ਸੈੱਲ ਬਦਲੀ ਹੋ ਕਰਕੇ ਜਿਹੜੀ ਯੂਨੀਵਰਸ ਫੋਰਸਿਸ ਹੈ, ਹਵਾ ਪਾਣੀ ਮਿੱਟੀ ਆਕਾਸ਼, ਇਸ ਤੋਂ ਹੀ ਸਰੀਰ ਬਣਿਆ ਹੈ, ਇਹ ਇਹਨੂੰ ਰਿਪਲੇਸ ਕਰ ਦਿੰਦੇ ਆ, ਜਿਹਨੂੰ ਅਸੀਂ ਇਹ ਕਹਿੰਦੇ ਹਾਂ ਐਨਾਬੋਲਿਕ ਐਂਡ ਕੈਟਾਬੋਲਿਕ, ਬਣਨਾ ਔਰ ਵਿਗੜਨਾ। ਸਰੀਰ ਦਾ ਸੈੱਲਾਂ ਦਾ ਮਰ ਜਾਣਾ ਔਰ ਸਰੀਰ ਦੇ ਸੈੱਲਾਂ ਦਾ ਪਰਿਵਰਤਨ ਹੋ ਜਾਣਾ। ਇਸ ਤਰੀਕੇ ਨਾਲ ਹੀ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਇਹ ਬਣਿਆ ਹੋਇਆ ਸਰੀਰ ਸੈੱਲਾਂ ਤੋਂ, ਨਰਵ ਸੈੱਲਾਂ ਤੋਂ, ਹਰ ਇੱਕ ਆਰਗਨ ਦੇ ਸੈੱਲ ਅਲੱਗ-ਅਲੱਗ ਹਨ। ਜੋ ਸੈੱਲ ਫੇਫੜੇ ਵਿੱਚ ਹਨ, ਜੋ ਸੈੱਲ ਲੀਵਰ ਵਿੱਚ ਹਨ, ਜੋ ਸੈੱਲ ਹਾਰਟ ਵਿੱਚ ਹਨ, ਉਹ ਸੈੱਲ ਬਿਲਕੁਲ ਅਲੱਗ-ਅਲੱਗ। ਕਿਉਂਕਿ ਹਾਰਟ ਦੇ ਜਿਹੜੇ ਸੈੱਲ ਹਨ ਉਹ ਕਿੰਨੇ ਸਟਰੋਂਗ ਚਾਹੀਦੇ ਆ, ਔਰ ਫੇਫੜਿਆਂ ਦਾ ਜਿਹੜਾ ਕੰਮ ਹੈ ਲਗਾਤਾਰ ਪੰਪ ਕਰਨਾ, ਉਹਦੇ ਸੈੱਲ ਕਿੰਨੇ ਕਮਜ਼ੋਰ ਚਾਹੀਦੇ। ਔਰ ਫਿਰ ਗੁਰਦੇ ਦੀ ਬਿਮਾਰੀ, ਕਿਡਨੀ ਪ੍ਰੋਬਲਮਸ, ਉਹ ਕਿੰਨੀ ਸਟਰੋਂਗ ਸੀ। ਪਰ ਅਸੀਂ ਉਹਨੂੰ ਕੀ ਕੀਤਾ? ਅਸੀਂ ਉਸ ਦਾ ਵੀ ਨੁਕਸਾਨ ਸ਼ੁਰੂ। ਮੈਂ ਸ਼ਰਾਬ ਦੇ ਉੱਤੇ ਲੈਕਚਰ ਦੇ ਚੁੱਕਿਆ ਹਾਂ ਕਿ ਸਭ ਤੋਂ ਵੱਡੀ ਚੀਜ਼ ਹੈ ਕਿ ਸ਼ਰਾਬ ਗੁਰਦੇ ਦੇ ਦੁਆਰਾ ਨੁਕਸਾਨ ਕਰ ਬਾਹਰ ਜਾਏ। ਇਸ ਵਾਸਤੇ ਇਹ ਚੀਜ਼ ਹੈ। ਇਹਨਾਂ ਚੀਜ਼ਾਂ ਨੂੰ ਠੀਕ ਰੱਖਣ ਦੇ ਵਾਸਤੇ ਸਾਨੂੰ 2-4 ਗੱਲਾਂ ਨੂੰ ਸਮਝਣ ਦੀ ਜ਼ਰੂਰਤ। ਉਹ ਕਿਹੜੀ ਹੈ? ਉਹ ਇਹ ਹੈ ਕਿ ਅਸੀਂ ਚੇਤਨਾ ਦੀ ਸ਼ਕਤੀ ਨੂੰ ਵੀ ਸਮਝੀਏ। ਜਿਸ ਤਰ੍ਹਾਂ ਸਾਨੂੰ ਸਰੀਰ ਦੀ ਸ਼ਕਤੀ ਦਾ ਨੌਲੇਜ ਹੈ, ਸਰੀਰ ਦੀ ਹੱਡੀਆਂ ਦਾ ਨੌਲੇਜ ਹੈ, ਸਰੀਰ ਦੇ ਅੰਗਾਂ ਦਾ ਨੌਲੇਜ ਹੈ, ਕਿਹੜੀ ਮੈਡੀਸਨ ਦੇਣੀ ਹੈ ਉਹਦਾ ਨੌਲੇਜ ਹੈ, ਪਰ ਆਤਮਾ ਨੂੰ ਕਿਹੜੀ ਮੈਡੀਸਨ ਦੇਣੀ ਹੈ ਉਹਦਾ ਨੌਲੇਜ ਵੀਰੋ ਨਹੀਂ ਹੈ। ਤਾਂ ਇਸ ਵਾਸਤੇ ਅੱਜ ਮੈਂ ਤੁਹਾਨੂੰ ਇਸ ਦੇ ਉੱਤੇ ਥੋੜ੍ਹੀ ਵਿਧੀ ਦੱਸਾਂਗਾ। ਹੁਣ ਮੈਂ ਵਿਰਾਮ ਦਿੰਦਾ ਹਾਂ, ਫਿਰ ਆਪਾਂ ਅਗਲੇ ਐਪੀਸੋਡ ਦੇ ਵਿੱਚ ਇਸੇ ਦੇ ਉੱਤੇ ਹੀ ਗੱਲ ਕਰਾਂਗੇ। ਸਤਿ ਸ੍ਰੀ ਅਕਾਲ।